ਪੰਜਾਬੀ ਸਾਹਿਤ ਦੇ ਪਾਠਕੋ, ਸਭ ਤੋਂ ਪਹਿਲਾਂ ਤਾਂ ਮੈਂ ਢਾਹਾਂ ਪੁਰਸਕਾਰ ਮਿਲਣ 'ਤੇ ਸਰਗੀ ਨੂੰ ਬਹੁਤ ਬਹੁਤ ਮੁਬਾਰਕ ਪੇਸ਼ ਕਰਦੀ ਹਾਂ। ਅਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸਰਗੀ ਦੇ ਕਹਾਣੀ ਸੰਗ੍ਰਹਿ ਆਪਣੇ ਆਪਣੇ ਮਰਸੀਏ ਬਾਰੇ ਗੱਲਬਾਤ ਕਰਾਂਗੇ। ਆਪਣੇ ਆਪਣੇ ਮਰਸੀਏ ਪੁਸਤਕ ਦੇ ਵਿੱਚ ਕੁੱਲ 9 ਕਹਾਣੀਆਂ ਦਰਜ ਨੇ। ਉਸ ਦੀਆਂ ਕਹਾਣੀਆਂ ਦੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਵਿੱਚੋਂ ਪ੍ਰਮੁੱਖ ਵਿਸ਼ਾ ਹੈ ਬਲਾਤਕਾਰ। ਬਲਾਤਕਾਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਅਤੇ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਸਨਸਨੀਖੇਜ ਖਬਰਾਂ ਜਦੋਂ ਮੀਡੀਆ 'ਤੇ ਪੇਸ਼ ਹੁੰਦੀਆਂ ਨੇ, ਔਰਤ ਤਾਂ ਪਹਿਲਾਂ ਹੀ ਬਲਾਤਕਾਰ ਬਾਰੇ ਉਸ ਦੇ ਮਨ ਦੇ ਵਿੱਚ ਇੱਕ ਬਹੁਤ ਵੱਡੀ ਦਹਿਸ਼ਤ ਹੁੰਦੀ ਹੈ, ਪਰ ਇਹੋ ਜਿਹੀਆਂ ਖਬਰਾਂ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਕਿਵੇਂ ਖੌਫਜ਼ਦਾ ਹੋ ਜਾਂਦੀਆਂ ਨੇ, ਕਿਵੇਂ ਉਹਨਾਂ ਦੇ ਮਨਾਂ ਦੇ ਵਿੱਚ ਹੋਰ ਦਹਿਸ਼ਤ ਭਰ ਜਾਂਦੀ ਹੈ ਅਤੇ ਉਹ ਕਿੰਨਾ ਡਰ ਜਾਂਦੀਆਂ ਨੇ ਅਤੇ ਉਹ ਕਿਵੇਂ ਮਾਨਸਿਕ ਰੋਗੀ ਬਣ ਜਾਂਦੀਆਂ ਨੇ। ਇਸ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਜਿਹੜੀ ਕਹਾਣੀ ਹੈ ਉਹ ਦੱਸਦੀ ਹੈ। ਬਲਾਤਕਾਰ ਔਰਤ ਨੂੰ ਕਿਵੇਂ ਮਾਨਸਿਕ ਰੋਗੀ ਬਣਾ ਦਿੰਦਾ। ਔਰਤਾਂ ਦਾ ਆਪਣੇ ਕੁਲੀਗਸ ਤੋਂ, ਆਪਣੇ ਇਮਾਨਦਾਰ ਨੌਕਰਾਂ ਤੋਂ ਅਤੇ ਵਾਹ ਵਾਸਤੇ ਵਿੱਚ ਆਉਣ ਵਾਲੇ ਮਰਦਾਂ ਤੋਂ, ਭਾਵੇਂ ਉਹ ਬੱਸਾਂ ਦੇ ਡਰਾਈਵਰ ਹੋਣ, ਇੱਥੋਂ ਤੱਕ ਕਿ ਆਪਣੇ ਪਤੀਆਂ ਤੋਂ ਵੀ ਇਉਂ ਵਿਸ਼ਵਾਸ ਉੱਡ ਜਾਂਦਾ ਕਿ ਉਹ ਹਰ ਮਰਦ ਤੋਂ ਹੀ ਦਹਿਲ ਜਾਂਦੀਆਂ ਨੇ। ਮਰਦ ਮਨੁੱਖ ਨੂੰ ਉਹ ਇੱਕ ਰਾਡ ਵਜੋਂ ਜਾਂ ਇੱਕ ਸੰਦ ਵਜੋਂ ਦੇਖਣ ਲੱਗਦੀਆਂ ਨੇ। ਉਸ ਦੀ ਕਹਾਣੀ ਰਾਡ ਦੇਸ਼ ਦੇ ਵਿੱਚ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ, ਉਹਨਾਂ ਸੱਚੀਆਂ ਕਹਾਣੀਆਂ ਨੂੰ ਆਧਾਰ ਬਣਾ ਕੇ ਪੇਸ਼ ਕੀਤੀ ਗਈ ਹੈ। ਇੱਕ ਬਹੁਤ ਹੀ ਚਰਚਿਤ ਕੇਸ ਹੋਇਆ ਸੀ ਰੂਸ਼ੀ ਕਾਂਡ, ਉਸ ਨੂੰ ਆਧਾਰ ਬਣਾ ਕੇ ਉਸ ਨੇ ਇੱਕ ਪਾਤਰ ਸ਼ਰੂਤੀ ਘੜਿਆ ਅਤੇ ਉਹਨਾਂ ਘਟਨਾਵਾਂ ਦਾ ਕੀ ਅਸਰ ਹੁੰਦਾ ਏ, ਕਿਵੇਂ ਫਿਰ ਅਸੀਂ ਆਪਣੇ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਨੌਕਰਾਂ ਪ੍ਰਤੀ ਬੇਵਿਸ਼ਵਾਸੀ ਕਰਨ ਲੱਗ ਜਾਂਦੇ ਹਾਂ ਅਤੇ ਔਰਤਾਂ ਕਿਵੇਂ ਹਰ ਵੇਲੇ ਆਪਣੀਆਂ ਬੱਚੀਆਂ ਬਾਰੇ ਫਿਕਰਮੰਦ ਹੋ ਜਾਂਦੀਆਂ ਨੇ। ਉਹ ਬਾਹਰ ਜਦੋਂ ਵੀ ਬੱਚੀ ਨਿਕਲਦੀ ਹੈ ਤਾਂ ਵੀ ਉਸ ਨੂੰ ਲੱਗਦਾ ਕਿ ਉਸ ਦੇ ਨਾਲ ਜ਼ਰੂਰ ਇਹੀ ਕੁਛ ਵਾਪਰ ਗਿਆ ਹੋਏਗਾ। ਇਸੇ ਤਰ੍ਹਾਂ ਹੀ ਇੱਕ ਹੋਰ ਬਹੁਤ ਹੀ ਬਲਾਤਕਾਰ ਕਾਂਡ ਹੋਇਆ ਸੀ, ਨਿਰਭੈ ਕਾਂਡ ਹੋਇਆ ਸੀ, ਜਿਹਨੂੰ ਤੁਸੀਂ ਸਾਰੇ ਜਾਣਦੇ ਹੀ ਹੋ। ਅਤੇ ਉਸ ਦੇ ਵਿੱਚ ਜਿਹੜੀ ਉਸ ਔਰਤ ਦੇ ਸਰੀਰ ਅੰਦਰ ਰਾੜ ਪਾ ਦਿੱਤੀ ਗਈ ਸੀਗੀ ਅਤੇ ਸਿੱਟੇ ਵਜੋਂ ਬਾਅਦ ਦੇ ਵਿੱਚ ਉਸ ਦੀ ਤੜਫ ਕੇ ਮੌਤ ਹੋ ਗਈ ਸੀ। ਸੋ ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਕਿ ਬਲਾਤਕਾਰ ਤਾਂ ਹੋ ਚੁੱਕਿਆ ਹੈ, ਔਰਤ ਵੀ ਮਰ ਚੁੱਕੀ ਹੈ। ਇਹ ਘਟਨਾਵਾਂ ਬਹੁਤ ਹੀ ਨਿੰਦਨੀ ਅਤੇ ਮਾੜੀਆਂ ਤਾਂ ਹੁੰਦੀਆਂ ਹੀ ਨੇ, ਪਰ ਜਿਹੜੇ ਬਾਕੀ ਜਿਉਣ ਵਾਲੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਮਨਾਂ ਦੇ ਉੱਤੇ ਇਹ ਕਿੰਨਾ ਭਿਆਨਕ ਅਸਰ ਕਰਦੀਆਂ ਨੇ। ਇਹ ਸਾਰੀਆਂ ਗੱਲਾਂ ਉਹਨਾਂ ਦਾ ਫਿਰ ਹੱਲ ਕੀ ਕੀਤਾ ਜਾਵੇ। ਇਹ ਕਹਾਣੀ ਬਹੁਤ ਹੀ ਪੜ੍ਹਨਯੋਗ ਕਹਾਣੀ ਹੈ। ਉਹ ਕਹਾਣੀ ਤੁਹਾਨੂੰ ਅੰਦਰੋਂ ਹਿਲਾ ਕੇ ਰੱਖ ਦਿੰਦੀ ਹੈ ਕਿ ਇੱਥੋਂ ਤੱਕ ਕਿ ਉਹਦੀ ਜਿਹੜੀ ਨਾਇਕਾ ਹੈ ਉਸ ਨੂੰ ਆਪਣੇ ਪਤੀ ਪ੍ਰਤੀ ਵੀ ਇੰਨੀ ਬੇਵਿਸ਼ਵਾਸੀ ਹੋ ਜਾਂਦੀ ਹੈ ਕਿ ਹਰ ਮਰਦ ਹੀ ਹਰ ਔਰਤ ਨੂੰ ਇੱਕ ਰਾੜ ਵਜੋਂ ਦਿਸਣ ਲੱਗ ਜਾਂਦਾ ਹੈ ਕਿ ਜਦੋਂ ਕੋਈ ਉਹਦੇ ਵੱਲ ਦੇਖਦਾ ਵੀ ਆ ਇਉਂ ਲੱਗਦਾ ਜਿਵੇਂ ਉਹ ਕੋਈ ਰਾੜ ਉਠਾ ਰਿਹਾ ਹੋਵੇ। ਅਤੇ ਸਾਡੇ ਨਾਲ, ਕਿਉਂਕਿ ਹਰ ਔਰਤ ਮਨ ਹੀ ਮਨ ਉਹ ਘਟਨਾ ਨੂੰ ਆਪਣੇ ਉੱਤੇ ਘਟਦਾ ਸੋਚ ਰਹੀ ਹੁੰਦੀ ਹੈ ਅਤੇ ਜਾਂ ਫਿਰ ਆਪਣੀਆਂ ਬੱਚੀਆਂ 'ਤੇ ਘਟ ਰਿਹਾ ਸੋਚ ਰਹੀ ਹੁੰਦੀ ਹੈ। ਸੋ ਮਸਲਾ ਤਾਂ ਇਹ ਹੈ ਕਿ ਜਦੋਂ ਔਰਤ ਮਾਨਸਿਕ ਰੋਗੀ ਬਣੇਗੀ, ਸਾਡਾ ਸਮਾਜ ਮਾਨਸਿਕ ਰੋਗੀ ਬਣੇਗਾ। ਅਤੇ ਕਹਾਣੀ ਪ੍ਰਸ਼ਨ ਉਠਾਉਂਦੀ ਹੈ ਕਿ ਕੀ ਜਿਹੜੇ ਬਲਾਤਕਾਰ ਨੇ ਇਹ ਹੁੰਦੇ ਹੀ ਕਿਉਂ ਨਹੀਂ, ਅਤੇ ਜੇ ਬਲਾਤਕਾਰ ਹੁੰਦੇ ਨੇ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ। ਆਖਰ ਦੇ ਵਿੱਚ ਇਸ ਕਹਾਣੀ ਦੀ ਖੂਬਸੂਰਤੀ ਹੈ ਕਿ ਉਹ ਇਸ ਦਾ ਹੱਲ ਸਮਾਜ ਦੇ ਵਿੱਚ ਮੁਹੱਬਤ ਰਾਹੀਂ ਦੇਖਦੀ ਹੈ, ਇੱਕ ਦੂਜੇ ਨਾਲ ਸਹਿਯੋਗ ਰਾਹੀਂ ਦੇਖਦੀ ਹੈ ਅਤੇ ਮਾਨਸਿਕ ਰੋਗੀ ਔਰਤਾਂ ਨੂੰ ਜੇ ਅਸੀਂ ਨੋਰਮਲ ਲਾਈਫ ਦੇਣਾ ਚਾਹੁੰਦੇ ਹਾਂ
ਤਾਂ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਵਿਚਰਦੇ ਜਿਹੜੇ ਬਾਕੀ ਪਰਿਵਾਰਕ ਮੈਂਬਰ ਨੇ, ਅਤੇ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਪਤੀ ਨੇ, ਉਹਨਾਂ ਦੇ ਜਿਹੜੇ ਜੀਵਨ ਸਾਥੀ ਹੈ, ਅਤੇ ਜੇ ਉਹਨਾਂ ਦੇ ਨਾਲ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਕੇ ਸਹਿਯੋਗ ਕਰਨਗੇ ਅਤੇ ਫਿਰ ਉਹ ਉਸ ਡਰ ਤੋਂ ਦੂਰ ਰਹਿ ਸਕਦੀਆਂ ਨੇ। ਇਹ ਕਹਾਣੀ ਬੜੀ ਖੂਬਸੂਰਤ ਕਹਾਣੀ ਹੈ। ਉਸਦੀ ਦੂਜੀ ਕਹਾਣੀ ਹੌਲੀਡੇ ਵਾਈਫ ਦੇ ਵਿੱਚ ਔਰਤ ਦੀ ਕਾਮਕਤਾ ਦੇ ਮਸਲੇ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਸਮਝਿਆ ਗਿਆ ਹੈ ਕਿ ਉਸ ਦੇ ਵਿੱਚ ਵੀ ਮਰਦ ਦੀ ਤਰ੍ਹਾਂ ਇੱਕ ਕਾਮਕ ਹਉਮੈ ਹੁੰਦੀ ਹੈ। ਉਹ ਵੀ ਮਰਦ ਦੀ ਤਰ੍ਹਾਂ ਇੱਕ ਸਰਟੀਫਿਕੇਟ ਚਾਹੁੰਦੀ ਹੈ ਕਿ ਦੇਖੋ ਮੈਂ ਵੀ ਮੁਕੰਮਲ ਔਰਤ ਹਾਂ, ਮੈਂ ਵੀ ਖੂਬਸੂਰਤ ਹਾਂ, ਮੇਰੇ ਵਿੱਚ ਵੀ ਉਹੀ ਭਾਵਨਾਵਾਂ ਨੇ, ਮੈਂ ਵੀ ਉਸੇ ਤਰ੍ਹਾਂ ਮਹਿਸੂਸ ਕਰਦੀ ਹਾਂ, ਉਸੇ ਤਰ੍ਹਾਂ ਦੇ ਸੰਬੰਧ ਹੀ ਚਾਹੁੰਦੀ ਹਾਂ ਜਿਸ ਤਰ੍ਹਾਂ ਮਰਦ ਸੰਬੰਧ ਚਾਹੁੰਦਾ ਹੈ। ਪਰ ਹੁੰਦਾ ਕੀ ਹੈ, ਇਹੋ ਜਿਹੇ ਸਮੇਂ ਜਿਹੜਾ ਮਰਦ ਹੈ ਉਹ ਔਰਤ ਦੇ ਵਿੱਚ ਇੱਕ ਆਤਮ ਗਲਾਨੀ ਭਰਦਾ ਹੈ, ਅਤੇ ਆਤਮ ਗਲਾਨੀ ਭਰ ਕੇ ਜਿਹੜੀ ਔਰਤ ਹੈ ਉਹ ਮਨ ਹੀ ਮਨ ਕਨਫਿਊਜ਼ ਹੁੰਦੀ ਹੈ ਕਿ ਮੈਂ ਐਡੀ ਖੂਬਸੂਰਤ ਹਾਂ, ਪਰ ਕੀ ਵਾਕਈ ਮੇਰੇ ਵਿੱਚ ਕੋਈ ਬਹੁਤ ਵੱਡੀ ਘਾਟ ਹੈ? ਅਤੇ ਜੇ ਮੇਰੇ ਵਿੱਚ ਵੱਡੀ ਘਾਟ ਹੈ ਅਤੇ ਜਿਹੜੇ ਫਿਰ ਫੇਸਬੁੱਕ 'ਤੇ ਮੈਨੂੰ ਫਰੈਂਡ ਰਿਕੁਐਸਟਾਂ ਭੇਜਦੇ ਨੇ, ਉਹ ਕਿਉਂ? ਉਹ ਸੱਚੇ ਨੇ ਜਾਂ ਮੇਰਾ ਮਰਦ ਸੱਚਾ ਹੈ? ਅਤੇ ਜਾਂ ਫਿਰ ਕਾਲਜ ਦੇ ਵਿੱਚ ਜਿਹੜੇ ਮੇਰੇ 'ਤੇ ਮੋਹਿਤ ਹੁੰਦੇ ਸੀ, ਕਿ ਉਹ ਸੱਚੇ ਨੇ, ਅਤੇ ਜਾਂ ਫਿਰ ਮੇਰਾ ਜਿਹੜਾ ਪਾਰਟਨਰ ਹੈ ਉਹ ਸੱਚਾ ਹੈ? ਸੋ ਇਹ ਕਹਾਣੀ ਇੰਨੀ ਖੂਬਸੂਰਤ ਕਹਾਣੀ ਹੈ ਕਿ ਅਸ਼ਲੀਲਤਾ ਤੋਂ ਮੁਕਤ ਹੈ, ਪਰ ਬੜਾ ਹੀ ਗੰਭੀਰ ਮੁੱਦਾ ਜਿਹੜਾ ਕਿ ਹੁਣ ਤੱਕ ਅਣਗੌਲਿਆ ਸਮਝਿਆ ਜਾਂਦਾ ਹੈ। ਔਰਤ ਦੀ ਕਾਮਕ ਪ੍ਰਵਿਰਤੀ ਨੂੰ ਸਮਝਣਾ ਅਤੇ ਉਸ ਦੀ ਕਾਮਕ ਸੰਤੁਸ਼ਟੀ ਨੂੰ ਸਮਝਣਾ, ਕਾਮਕ ਸੰਤੁਸ਼ਟੀ ਦੇ ਨਾਲ ਦੋਹਾਂ ਦੇ ਜਿਹੜੇ ਆਪਸੀ ਸੰਬੰਧ ਹੈ ਉਹ ਮਾਨਸਿਕ ਤੌਰ 'ਤੇ ਕਿੰਨੇ ਘਨਿਸ਼ਟ ਹੋਣ, ਸਰੀਰਕ ਤੌਰ 'ਤੇ ਕਿੰਨੇ ਡੂੰਘੇ ਹੋਣੇ ਚਾਹੀਦੇ ਹੈ, ਇਹਨਾਂ ਗੱਲਾਂ ਦੀ ਬਾਤ ਪਾਉਂਦੀ ਹੈ। ਅਤੇ ਜਦੋਂ ਜਿਹੜਾ ਮਰਦ ਹੈ ਉਹ ਬਾਹਰ ਜਿੰਨੇ ਮਰਜ਼ੀ ਸੰਬੰਧ ਰੱਖ ਸਕਦਾ, ਪਰ ਜਿਹੜੀ ਔਰਤ ਹੈ ਜੋ ਇਸ ਗੱਲ ਦਾ ਥੋੜ੍ਹਾ ਬਹੁਤਾ ਅਹਿਸਾਸ ਵੀ ਕਰਾਉਂਦੀ ਹੈ ਤਾਂ ਮਰਦ ਦੇ ਮਨ 'ਤੇ ਕਿੰਨੀ ਸੱਟ ਵੱਜਦੀ ਹੈ। ਪਰ ਜੇ ਓਹਲੇ ਪਰਦੇ ਦੇ ਵਿੱਚ ਜਿਹੜੀ ਔਰਤ ਹੈ ਉਹ ਭਾਵੇਂ ਸੰਬੰਧ ਰੱਖ ਲਵੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਤੇ ਇਸ ਦੀ ਜਿਹੜੀ ਨਾਇਕਾ ਹੈ ਉਹ ਜਦੋਂ ਇਹ ਪ੍ਰਸ਼ਨ ਉਠਾਉਂਦੀ ਹੈ ਕਿ ਦੇਖ, ਕਿਉਂਕਿ ਉਸ ਦਾ ਜਿਹੜਾ ਪਤੀ ਹੈ ਉਹ ਬਾਹਰ ਰਹਿੰਦਾ ਹੈ, ਪਰਦੇਸੀ ਹੈ, ਅਤੇ ਜਦੋਂ ਉਹ ਆਉਂਦਾ ਉਹ ਉਸ ਨੂੰ ਪੁੱਛਦੀ ਹੈ ਕਿ ਜੇ ਮੈਂ ਹੌਲੀਡੇ ਵਾਈਫ ਹਾਂ ਤਾਂ ਫਿਰ ਤੁਸੀਂ ਵੀ ਤਾਂ ਮੇਰੇ ਹੌਲੀਡੇ ਹਸਬੈਂਡ ਹੀ ਹੋਏ। ਤਾਂ ਉਸ ਨੂੰ ਗੂਗਲ 'ਤੇ ਸਰਚ ਮਾਰ ਕੇ ਦੱਸਦਾ ਹੈ। ਇਸ ਸਥਿਤੀ ਦਾ ਆਪਣੇ ਆਪ ਦੇ ਵਿੱਚ ਹੀ ਵਿਅੰਗ ਹੈ ਕਿ ਕੁਛ ਗੱਲਾਂ ਸਾਨੂੰ ਨਾ ਤਾਂ ਗੂਗਲ 'ਤੇ ਮਿਲਦੀਆਂ ਨੇ ਅਤੇ ਨਾ ਡਿਕਸ਼ਨਰੀਆਂ ਦੇ ਵਿੱਚ ਉਹਨਾਂ ਦੇ ਅਰਥ ਹੁੰਦੇ ਆ। ਸਮਾਜ ਆਪਣੇ ਢੰਗ ਨਾਲ ਉਹਨਾਂ ਗੱਲਾਂ ਨੂੰ ਅਰਥਾਉਂਦਾ ਹੈ, ਅਤੇ ਉਹ ਕਹਿੰਦਾ ਵੀ ਐਵੇਂ ਨਾ ਤੂੰ ਮੁਕਾਬਲੇ ਜਿਹੇ ਕਰੀ ਜਾਇਆ ਕਰ, ਹੌਲੀਡੇ ਹਸਬੈਂਡ ਨਹੀਂ ਹੁੰਦੇ, ਹੌਲੀਡੇ ਵਾਈਫ ਹੀ ਹੁੰਦੀ ਹੈ, ਆਹ ਦੇਖ ਲੈ, ਭਾਵੇਂ ਗੂਗਲ 'ਤੇ ਸਰਚ ਮਾਰ ਲਾ। ਅਖੀਰ ਦੇ ਵਿੱਚ ਕਹਾਣੀ ਦੇ ਵਿੱਚ ਉਹ ਇਹੀ ਕਹਿੰਦੀ ਹੈ ਕਿ ਮਨ ਦੇ ਭੇਦ ਗੂਗਲ 'ਤੇ ਨਹੀਂ ਹੁੰਦੇ। ਉਸ ਦਾ ਕਹਿਣ ਦਾ ਭਾਵ ਇਹ ਹੈ ਕਿ ਜੇ ਇਸ ਤਰ੍ਹਾਂ ਕੀਤਾ ਜਾਏਗਾ, ਔਰਤ ਵੀ ਓਹਲੇ ਪਰਦੇ ਦੇ ਵਿੱਚ ਇਸੇ ਤਰ੍ਹਾਂ ਹੀ ਦੂਸਰਿਆਂ ਨਾਲ ਸੰਬੰਧ ਸਿਰਜੇਗੀ, ਭਾਵੇਂ ਕਿਸੇ ਨੂੰ ਪਤਾ ਲੱਗੇ ਜਾਂ ਨਾ ਲੱਗੇ। ਸੋ ਔਰਤ ਕੀ ਕਰਦੀ ਹੈ, ਕਿਉਂਕਿ ਸਮਾਜ ਦੇ ਵਿੱਚ ਉਸ ਦੀ ਪਰਿਸਥਿਤੀ ਮਾੜੀ ਹੈ, ਜਿਹੜਾ ਮਰਦ ਹੈ ਉਹ ਆਪਣੇ ਜਿਹੜੇ ਸੰਬੰਧ ਹੈ ਬੜੇ ਮਾਣ ਨਾਲ, ਵਿਆਹ ਤੋਂ ਬਾਹਰੇ ਸੰਬੰਧ ਹੈ ਬੜੇ ਮਾਣ ਨਾਲ ਪ੍ਰਗਟਾਉਂਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਦੇਖ ਤੇਰੇ ਵਿੱਚ ਗੋਰੀਆਂ ਵਾਲਾ ਕੋਈ ਡੰਗ ਨਹੀਂ ਹੈ, ਉਸ ਦੇ ਖੁਦ ਇੰਨੇ ਸੰਬੰਧ ਨੇਗੇ। ਪਰ ਦੂਜੇ ਪਾਸੇ ਜਿਹੜੀ ਔਰਤ ਹੈ ਉਹ ਆਪਣੇ ਜਿਹੜੇ ਸੰਬੰਧ ਆ ਪ੍ਰਗਟਾ ਨਹੀਂ ਸਕਦੀ, ਆਪਣੀ ਲੋੜ ਦੇ ਵਿੱਚੋਂ ਓਹਲੇ ਪਰਦੇ ਦੇ ਵਿੱਚ ਆਪਣੇ ਜੇਠ ਦੇ ਨਾਲ ਉਹ ਸਰੀਰਕ ਸੰਬੰਧ ਮਾਣਦੀ ਵੀ ਹੈ। ਇਹ ਕਹਾਣੀ ਇੱਕ ਹੋਰ ਬਹੁਤ ਵੱਡਾ ਪ੍ਰਸ਼ਨ ਉਠਾਉਂਦੀ ਹੈ ਕਿ ਜੇਕਰ ਕੋਈ ਔਰਤ ਸਾਧਨਵੰਤ ਹੈ ਤਾਂ ਉਹ ਤੇ ਨਾਲ ਇਸ ਦੇ ਪੜ੍ਹੀ ਲਿਖੀ ਵੀ ਹੈ, ਅਤੇ ਉਹ ਆਪਣੇ ਸਲੀਕੇ ਦੇ ਨਾਲ ਸੰਬੰਧ ਵੀ ਕਾਇਮ ਰੱਖਦੀ ਹੈ ਅਤੇ ਸਮਾਜ ਦੇ ਵਿੱਚ ਮਾਣ ਸਤਿਕਾਰ ਵੀ ਪਾਉਂਦੀ ਹੈ, ਅਤੇ ਜੇਕਰ ਉਸ ਦੇ ਪੁੱਤਰ ਹੈ ਤਾਂ ਘੱਟੋ ਘੱਟ ਉਹ ਉਸ ਦੀ ਮਲਕੀਅਤ ਦੀ ਹੱਕਦਾਰ ਵੀ ਹੈ। ਪਰ ਦੂਜੇ ਪਾਸੇ ਜਿਹੜੀ ਔਰਤ ਅਨਪੜ੍ਹ ਹੈ, ਸਾਧਨਵੰਤ ਨਹੀਂ ਹੈ, ਅਤੇ ਜੇਕਰ ਉਸ ਦਾ ਪਤੀ ਉਸ ਨੂੰ ਛੱਡ ਦਿੰਦਾ ਹੈ ਤਾਂ ਉਸ ਦੀ ਹਾਲਤ ਬਹੁਤ ਹੀ ਮਾੜੀ ਹੁੰਦੀ ਹੈ।
ਇਸ ਦੇ ਵਿੱਚ ਜਿਹੜੀ ਉਹ 70-72 ਭੂਆ ਏ ਉਹ ਵੀ ਪਤੀ ਵੱਲੋਂ ਛੱਡੀ ਹੋਈ ਹੈ, ਅਤੇ ਜਿਹੜੀ ਨਾਇਕਾ ਏ ਉਹ ਭਾਵੇਂ ਪਤੀ ਵੱਲੋਂ ਛੱਡੀ ਤਾਂ ਨਹੀਂ, ਪਰ ਉਸ ਦੀ ਕੇਅਰ ਨਹੀਂ ਕਰਦਾ, ਬਾਹਰ ਰਹਿੰਦਾ ਏ, ਪਰ ਉਹ ਆਪਦੇ ਜੇਠ ਦੇ ਨਾਲ ਸੰਬੰਧ ਸਿਰਜਦੀ ਹੈ। ਪਰ ਜਿਹੜੀ ਭੂਆ ਏ ਉਹ ਕਿਸੇ ਹਾਲਤ ਵਿੱਚ ਬੋਲਦੀ ਨਹੀਂ ਹੈ, ਅਤੇ ਸਿੱਟੇ ਵਜੋਂ ਇੱਕ ਉਹਦਾ ਕਹਾਣੀ ਕਹਿਣ ਦਾ ਜਿਹੜਾ ਢੰਗ ਇੰਨਾ ਵਧੀਆ ਏ ਕਿ ਇੱਕ ਦੰਦਲ ਜਦੋਂ ਉਹ ਭੂਆ ਦੇ ਪੈਂਦੀ ਹੈ, ਬੋਲੀਆਂ ਜਦੋਂ ਉਹ ਪਾਉਂਦੀਆਂ ਨੇ ਕੁੜੀਆਂ ਇਸ ਤਰ੍ਹਾਂ ਦੀਆਂ, ਅਤੇ ਉਹ ਮਹਿਸੂਸ ਕਰਦੀ ਹੈ ਅਤੇ ਉਸ ਦੇ ਦੰਦਲ ਪੈ ਜਾਂਦੀ ਹੈ। ਅਤੇ ਜਦੋਂ ਉਹ ਦੰਦਲ ਆਪਣੇ ਆਪ ਦੇ ਵਿੱਚ ਇੱਕ ਮੈਟਾਫਰ ਬਣ ਜਾਂਦੀ ਹੈ ਕਿ ਜਿਹੜੀ ਔਰਤ ਹੈ, ਜਿਹੜੀ ਸਾਧਨਵੰਤ ਨਹੀਂ ਹੈ, ਉਹ ਕਿਵੇਂ ਸਮਾਜ ਦੇ ਅੱਗੇ ਚੁੱਪ ਰਹਿੰਦੀ ਹੈ, ਸਾਰੇ ਕੁਛ ਨੂੰ ਮਹਿਸੂਸਦੀ ਹੈ, ਪਰ ਕਿਉਂਕਿ ਉਹ ਆਪਣੀ ਰੋਟੀ ਖੁਦ ਨਹੀਂ ਕਮਾਉਂਦੀ, ਕਿਸੇ 'ਤੇ ਆਸ਼ਰਿਤ ਹੈ, ਅਤੇ ਉਹ ਚੁੱਪ ਰਹਿੰਦੀ ਹੈ। ਪਰ ਦੂਜੇ ਪਾਸੇ ਜਿਹੜੀ ਨਾਇਕਾ ਏ ਉਹ ਖੁੱਲ੍ਹ ਕੇ ਆਪਣੀ ਗੱਲ ਪ੍ਰਗਟਾਉਂਦੀ ਵੀ ਹੈ, ਅਤੇ ਮਲਕੀਅਤ ਵੀ ਉਹਦੇ ਪਾਸ ਹੈ, ਕਿਉਂਕਿ ਉਹ ਪੁੱਤਰ ਦੀ ਮਾਂ ਏ, ਜ਼ਮੀਨ ਜਾਇਦਾਦ 'ਤੇ ਕਾਬਜ਼ ਵੀ ਹੈ, ਅਤੇ ਮਾਣ ਸਤਿਕਾਰ ਵੀ ਪੂਰਾ ਪਾ ਕੇ ਰੱਖਦੀ ਹੈ। ਸੋ ਇਹ ਸਾਡੇ ਸਮਾਜ ਦੇ ਵਿੱਚ ਬੜੇ ਗੰਭੀਰ ਮੁੱਦੇ ਨੇ। ਸਰਗੀ ਨੇ ਬੜੀ ਖੂਬਸੂਰਤੀ ਦੇ ਨਾਲ ਕਹਾਣੀ ਦੇ ਵਿੱਚ ਇਹ ਗੱਲ ਉਠਾਈ ਹੈ। ਇਸ ਦੇ ਦੀ ਜਿਹੜੀ ਅਗਲੀ ਕਹਾਣੀ ਹੈ ਉਹ ਬਹੁਤ ਹੀ ਕਹਿ ਲਈਏ ਕਿ ਖੂਬਸੂਰਤ ਕਹਾਣੀ ਹੈ, ਰਬਾਬੀ। ਮਤਲਬ ਰਬਾਬੀ ਕਹਾਣੀ ਨੂੰ ਜੇ ਅਸੀਂ ਪੜ੍ਹੀਏ ਤਾਂ ਇਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੇ ਜਿਹੜੇ ਆਪਸੀ ਸੰਬੰਧ ਸੀ, ਉਹਨਾਂ ਦੀ ਤਰ੍ਹਾਂ ਹੀ ਇਹ ਕਹਾਣੀ ਰਬਾਬੀ ਇੱਕ ਕਿਸਮ ਦੀ ਮਰਦਾਨੇ ਵਜੋਂ ਹੀ ਇਸ ਪਾਤਰ ਨੂੰ ਉਭਾਰਨ ਦਾ ਯਤਨ ਕੀਤਾ ਹੈ। ਰਬਾਬ ਜੀਤ ਮਰਦਾਨੇ ਦੇ ਨਾਲ ਆਪਣੇ ਆਪ ਨੂੰ ਇੱਕ ਰੂਪ ਕਰਦਾ ਹੈ। ਇਸ ਕਹਾਣੀ ਦਾ ਮੁੱਖ ਮੁੱਦਾ ਇਹੀ ਹੈ ਕਿ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੀ ਨਹੀਂ, ਬਲਕਿ ਆਪਾਂ ਕਹਿ ਲਈਏ ਸਾਡੀਆਂ ਧਾਰਮਿਕ ਅਕਾਦਮਿਕ ਸੰਸਥਾਵਾਂ ਜਾਂ ਅਕਾਦਮਿਕ ਅਦਾਰੇ ਹੈ, ਉਹ ਵੀ ਇਹਨਾਂ ਗੱਲਾਂ ਤੋਂ ਹਜੇ ਮੁਕਤ ਨਹੀਂ ਹੋਏ ਕਿ ਜਿਵੇਂ ਗੁਰੂ ਸਾਹਿਬ ਦਲੇ ਮਲੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਕਿੰਨੀ ਸਹਾਨੂਭੂਤੀ ਸੀ, ਉਹ ਮਨੁੱਖਤਾ ਦੇ ਵਿੱਚ ਸਾਂਝੀਵਾਲਤਾ ਦੇ ਵਿੱਚ ਜਿਹੜੇ ਵਿਸ਼ਵਾਸ ਰੱਖਦੇ ਸੀ। ਪਰ ਅਸੀਂ ਗੁਰੂ ਸਾਹਿਬਾਂ ਦੇ ਉਹਨਾਂ ਸਿਧਾਂਤਾਂ ਤੋਂ ਕਿੰਨੇ ਦੂਰ ਹਾਂ, ਸਾਡੇ ਸਿਧਾਂਤ ਅਤੇ ਵਿਵਹਾਰ ਦੇ ਵਿੱਚ ਕਿੱਡਾ ਵੱਡਾ ਪਾੜਾ ਹੈ, ਅਸੀਂ ਅਜੇ ਜਾਤਾਂ ਪਾਤਾਂ ਤੋਂ ਉੱਪਰ ਨਹੀਂ ਉੱਠੇ। ਉਸੇ ਤਰ੍ਹਾਂ ਇਹਨਾਂ ਅਕਾਦਮਿਕ ਅਦਾਰਿਆਂ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਹੀ ਵਿਤਕਰੇਬਾਜ਼ੀ ਹੋ ਰਹੀ ਹੈ, ਅਤੇ ਸਾਡੇ ਗੁਰਪੀਰ ਸਾਂਝੇ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਲਾਂਘੇ ਤਾਂ ਭਾਵੇਂ ਖੁੱਲ੍ਹ ਗਏ ਨੇ, ਪਰ ਅਸਲ ਦੇ ਵਿੱਚ ਸਰਕਾਰਾਂ ਦੀ ਜਿਹੜੀ ਮਨਸ਼ਾ ਏ ਉਹ ਕਿਹੋ ਜਿਹੀ ਹੈ। ਲੋਕ ਆਪਸ ਦੇ ਵਿੱਚ ਜਿੰਨੇ ਮਰਜ਼ੀ ਭਰਾਤਰੀ ਭਾਵ ਸਿਰਜ ਲੈਣ, ਪਰ ਜਿੰਨਾ ਚਿਰ ਸਰਕਾਰਾਂ ਦੇ ਮਨਸ਼ੇ ਸਹੀ ਨਹੀਂ ਹੁੰਦੇ, ਓਨੀ ਦੇਰ ਅਸੀਂ ਬਹੁਤੇ ਕਾਮਯਾਬ ਨਹੀਂ ਹੋ ਸਕਦੇ। ਸੋ ਇਸ ਕਰਕੇ ਇੱਕ ਕਿਸਮ ਦਾ ਇਹ ਕਹਾਣੀ ਬੜਾ ਵਿਅੰਗ ਸਿਰਜਦੀ ਹੈ ਕਿ ਸਾਡਾ ਧਰਮ ਦੇ ਵਿੱਚ ਵਿਸ਼ਵਾਸ ਹੈ, ਅਤੇ ਪਰ ਉਹ ਸਾਡੇ ਅਕਾਦਮਿਕ ਅਦਾਰੇ ਜਿੱਥੋਂ ਅਸੀਂ ਗਿਆਨ ਲੈਣਾ ਹੁੰਦਾ ਹੈ, ਜਿਨ੍ਹਾਂ ਨੇ ਇਹ ਸਾਰਾ ਚਾਨਣ ਫੈਲਾਉਣਾ ਹੁੰਦਾ ਹੈ, ਅਤੇ ਉੱਥੇ ਜੇ ਅੱਜ ਵੀ ਸਾਡੇ ਸਿਧਾਂਤ ਤੋਂ ਅਸੀਂ ਦੂਰ ਦੀਆਂ ਗੱਲਾਂ ਕਰਦੇ ਹਾਂ ਅਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਘਾਤਕ ਹੁੰਦੀਆਂ ਨੇ। ਇਸ ਸੰਗ੍ਰਹਿ ਦੀ ਜਿਹੜੀ ਅਗਲੀ ਕਹਾਣੀ ਆਪਣੇ ਆਪਣੇ ਮਰਸੀਏ ਹੈ, ਉਹ ਹੋਰ ਵੀ ਜ਼ਿਆਦਾ ਖੂਬਸੂਰਤ ਕਹਾਣੀ ਹੈ। ਉਹ ਸਾਡੇ ਪੰਜਾਬੀ ਦੋਗਲੇ ਸੱਭਿਆਚਾਰ ਦੀਆਂ ਪਰਤਾਂ ਫਰੋਲਦੀ ਕਹਾਣੀ ਹੈ। ਉਸ ਦੇ ਵਿੱਚ ਓਹਲੇ ਪਰਦੇ ਦੇ ਵਿੱਚ ਨਪੁੰਸਕਪਤੀ ਕਾਰਨ ਜਿਹੜੀ ਔਰਤ ਹੈ ਉਹ ਸੰਬੰਧ ਸਥਾਪਿਤ ਕਰਕੇ ਪੁੱਤਰ ਪੈਦਾ ਕਰ ਲੈਂਦੀ ਹੈ। ਅਸਲ ਦੇ ਵਿੱਚ ਇਸ ਕਹਾਣੀ ਦੇ ਵਿੱਚ ਦੋ ਸਹੇਲੀਆਂ ਦੀ ਕਹਾਣੀ ਹੈ, ਜਿਹੜੀਆਂ ਇੱਕੋ ਪਿੰਡ ਦੇ ਵਿੱਚ ਹੀ ਵਿਆਹ ਕੇ ਜਾਂਦੀਆਂ ਨੇਗੀਆਂ, ਅਤੇ ਦੋਨੋਂ ਇੱਕੋ ਦਿਨ ਹੀ ਵਿਧਵਾ ਹੋ ਜਾਂਦੀਆਂ ਨੇ। ਪਰ ਦੋਨਾਂ ਪ੍ਰਤੀ ਜਿਹੜੀ ਸਮਾਜ ਦੀ ਅਪਰੋਚ ਹੈ ਉਹ ਜਾਂ ਸਮਾਜ ਦੀ ਜਿਹੜੀ ਪਹੁੰਚ ਹੈ ਉਹ ਬਿਲਕੁਲ ਵੱਖਰੀ ਵੱਖਰੀ ਹੈ। ਇੱਕ ਹੈ ਜਿਹੜੀ ਉਹਨਾਂ ਦੇ ਵਿੱਚੋਂ ਉਹ ਆਪਣੀ ਮਰਜ਼ੀ ਦੇ ਨਾਲ, ਜਦੋਂ ਉਹਦੇ ਪੁੱਤਰ ਦੀ ਵੀ ਮੌਤ ਹੋ ਜਾਂਦੀ ਹੈ, ਪਤੀ ਦੀ ਵੀ ਮੌਤ ਹੋ ਜਾਂਦੀ ਹੈ, ਪੁੱਤਰ ਦੀ ਮੌਤ ਹੋਈ ਨੂੰ ਹਜੇ ਥੋੜ੍ਹੇ ਦਿਨ ਹੁੰਦੇ ਹੈ, ਅਤੇ ਉਸ ਤੋਂ ਬਾਅਦ ਉਹ ਵਿਆਹ ਕਰਾ ਲੈਂਦੀ ਹੈ। ਪਰ ਉਸ ਨੂੰ ਉਹ ਪਿੰਡ ਛੱਡ ਕੇ ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਹੋਣਾ ਪੈਂਦਾ ਹੈ।
ਤੇ ਉਸ ਨੂੰ ਸਾਰਾ ਜਿਹੜਾ ਪਿੰਡ ਹੈ ਉਹ ਬਹੁਤ ਹੀ ਬਦਕਾਰ ਔਰਤ ਸਮਝਦਾ ਹੈ, ਜਦੋਂ ਕਿ ਉਸ ਨੇ ਕਾਨੂੰਨ ਦੇ ਅਧੀਨ ਵਿਆਹ ਕਰਵਾਇਆ। ਪਰ ਦੂਸਰੇ ਪਾਸੇ ਜਿਹੜੀ ਔਰਤ ਹੈ ਉਹ ਵੀ ਵਿਧਵਾ ਹੋਈ ਹੈ, ਉਸ ਦੇ ਇੱਕ ਪੁੱਤਰ ਹੈ, ਪਰ ਉਹ ਪੁੱਤਰ ਵੀ ਉਸ ਨੇ ਉਹਦਾ, ਕਿਉਂਕਿ ਪਤੀ ਨਪੁੰਸਕ ਹੈ, ਓਲੇ ਪਰਦੇ ਦੇ ਵਿੱਚ ਕਿਸੇ ਹੋਰ ਬੰਦੇ ਦਾ ਪੁੱਤਰ ਪੈਦਾ ਕੀਤਾ, ਕਿਉਂਕਿ ਉਸ ਦੇ ਪੁੱਤਰ ਹੈ। ਉਹਦਾ ਆਪਣਾ ਪਤੀ ਭਾਵੇਂ ਮਰ ਚੁੱਕਿਆ ਹੈ, ਪਰ ਉਸ ਤੋਂ ਬਾਅਦ ਉਸ ਦੇ ਹੋਰ ਕਿਸੇ ਵਿਅਕਤੀ ਦੇ ਨਾਲ ਵੀ ਸੰਬੰਧ ਬਣ ਜਾਂਦੇ ਨੇ, ਉਹ ਉਹਨਾਂ ਸੰਬੰਧਾਂ ਨੂੰ ਵੀ ਮਾਣਦੀ ਹੈ ਅਤੇ ਸਾਰੀ ਜਿਹੜੀ ਮਲਕੀਅਤ ਹੈ ਪਤੀ ਦੀ ਉਹ ਵੀ ਸੰਭਾਲਦੀ ਹੈ, ਆਪਣੇ ਪੁੱਤਰ ਦੀ ਮਾਂ ਵੀ ਅਖਵਾਉਂਦੀ ਹੈ ਅਤੇ ਸਮਾਜ ਦੇ ਵਿੱਚ ਠਾਠ ਨਾਲ ਵੀ ਰਹਿੰਦੀ ਹੈ। ਹੁਣ ਸਮਝਣ ਦੀ ਗੱਲ ਇਹ ਹੈ ਕਿ ਸਾਡਾ ਜਿਹੜਾ ਸਮਾਜ ਹੈ ਇਹ ਬੜਾ ਦੋਗਲਾ ਸਮਾਜ ਹੈ। ਇਹ ਢਕੀ ਰਿੱਝਣ ਦੇ ਵਿੱਚ ਵਿਸ਼ਵਾਸ ਕਰਦਾ ਹੈ। ਇਹ ਕਹਿੰਦਾ ਕਿ ਤੁਸੀਂ ਓਲੇ ਪਰਦੇ ਦੇ ਵਿੱਚ ਜੋ ਮਰਜ਼ੀ ਕਰੀ ਜਾਓ, ਪਰ ਸਾਹਮਣੇ ਜੇ ਤੁਸੀਂ ਇੱਕ ਚੈਲੰਜ ਕਰਕੇ ਕਰੋਗੇ, ਆਪਣੇ ਹੱਕ ਵਜੋਂ ਸਮਝੋਗੇ, ਤਾਂ ਉਸ ਦੀ ਸਜ਼ਾ ਦਿੱਤੀ ਜਾਂਦੀ ਹੈ। ਸੋ ਇਸ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਕਿ ਜਿਹੜੀ ਇੱਕ ਸਹੇਲੀ ਹੈ ਉਹਨੂੰ ਤਾਂ ਵਿਦੇਸ਼ ਜਾਣਾ ਪੈਂਦਾ ਜਦੋਂ ਕਿ ਉਸ ਦਾ ਵਿਆਹ ਕਾਨੂੰਨ ਅਨੁਸਾਰ ਹੈ। ਦੂਸਰੀ ਦਾ ਜਦੋਂ ਕਿ ਸਬੰਧ ਹੈ ਜਿਹੜੇ ਉਹ ਭਾਵੇਂ ਨਜਾਇਜ਼ ਨੇ, ਪਰ ਕਿਉਂਕਿ ਓਲੇ ਪਰਦੇ ਦੇ ਵਿੱਚ ਮਾਣਦੀ ਹੈ, ਪੁੱਤਰ ਦੀ ਮਾਂ ਹੈ ਅਤੇ ਉਸ ਨੂੰ ਮਾਣ ਸਤਿਕਾਰ ਮਿਲਦਾ ਹੈ। ਸੋ ਸਾਡੇ ਸਮਾਜ ਦੀ ਜਿਹੜੀ ਇਹ ਦੋਗਲੀ ਗੱਲਬਾਤ ਹੈ ਉਸ ਨੂੰ ਸਾਹਮਣੇ ਲਿਆਂਦਾ ਕਿ ਸੱਭਿਆਚਾਰਕ ਸਾਡੇ ਮਾਪਦੰਡ ਹੋਰ ਨੇ, ਕਾਨੂੰਨ ਦੇ ਮਾਪਦੰਡ ਹੋਰ ਨੇ, ਪਰ ਦੋਵੇਂ ਔਰਤਾਂ ਹੀ ਆਪੋ ਆਪਣੀ ਥਾਂ 'ਤੇ ਦੁਖਾਂਤ ਭੋਗਦੀਆਂ ਨੇ। ਦੋਨਾਂ ਦੇ ਦੁਖਾਂਤ ਵੱਖਰੇ ਵੱਖਰੇ ਨੇ। ਪਤੀ ਦੀ ਮੌਤ ਉਪਰੰਤ ਦੋਨਾਂ ਦੇ ਜਿਹੜੇ ਮਰਸੀਏ ਹੈ ਉਹ ਵੱਖਰੇ ਵੱਖਰੇ ਨੇ। ਇਹ ਬਹੁਤ ਹੀ ਖੂਬਸੂਰਤ ਕਹਾਣੀ ਹੈ। ਅਗਲੀ ਕਹਾਣੀ ਹੈ, ਉਹ ਕਹਾਣੀ ਹੈ ਹੌਂਟਡ ਹਾਊਸ। ਹੌਂਟਡ ਹਾਊਸ ਦੇ ਵਿੱਚ ਕਹਾਣੀ ਤਾਂ ਇੰਨੀ ਹੋਈ ਹੈ ਕਿ ਬੰਦਾ ਬਾਹਰ ਚਲਾ ਜਾਂਦਾ ਹੈਗਾ, ਬਾਹਰ ਜਾ ਕੇ ਉੱਥੇ ਸੈੱਟ ਹੋਣ ਦੇ ਲਈ ਇੱਕ ਉਸ ਔਰਤ ਦੇ ਨਾਲ ਵਿਆਹ ਕਰ ਲੈਂਦਾ ਜਿਹਦੀ ਕਿ ਇੱਕ ਬਾਂਹ ਹੈ ਨਹੀਂ ਜਾਂ ਉਹਦਾ ਇੱਕ ਹੱਥ ਹੈ ਨਹੀਂ। ਉਸ ਦੇ ਮਨ ਦੇ ਵਿੱਚ ਹੀਣ ਭਾਵਨਾ ਰਹਿੰਦੀ ਹੈ ਕਿ ਮੈਂ ਇੱਕ ਹੈਂਡੀਕੈਪਟ ਔਰਤ ਦੇ ਨਾਲ ਵਿਆਹ ਕਰਾਇਆ। ਉਹਦੇ 2 ਬੇਟੀਆਂ ਵੀ ਹੋ ਜਾਂਦੀਆਂ ਨੇ, ਪਰ ਉਸ ਦੇ ਮਨ ਦੇ ਵਿੱਚ, ਕਿਉਂਕਿ ਉਹ ਇਹੀ ਰਹਿੰਦਾ ਕਿ ਮੈਂ ਫਰੈਸ਼ ਔਰਤ ਦੇ ਨਾਲ ਵਿਆਹ ਨਹੀਂ ਕਰਾ ਸਕਿਆ, ਉਹ ਔਰਤ ਦੇ ਮਨ ਦੇ ਵਿੱਚ ਉਹੀ ਵਾਰ-ਵਾਰ ਇਸ ਗੱਲ ਨੂੰ ਸਰਗੀ ਹਾਈਲਾਈਟ ਕਰਦੀ ਹੈ ਵੱਖ-ਵੱਖ ਕਹਾਣੀਆਂ ਦੇ ਵਿੱਚ ਵੀ ਕਿ ਕਿਵੇਂ ਹੀਣ ਭਾਵਨਾ ਭਰਦਾ ਰਹਿੰਦਾ ਹੈ ਜਿਹੜਾ ਮਰਦ ਹੈ। ਅਤੇ ਅਖੀਰ ਉਸ ਔਰਤ ਤੋਂ ਡਾਈਵੋਰਸ ਵੀ ਹੋ ਜਾਂਦਾ ਹੈ ਅਤੇ ਉਹ ਔਰਤ ਮਰ ਵੀ ਜਾਂਦੀ ਹੈ, 2 ਬੱਚੀਆਂ ਦੀ ਮਾਂ ਵੀ ਹੈ। ਆਦਮੀ ਜਦੋਂ ਦੂਜਾ ਵਿਆਹ ਕਰਾ ਲੈਂਦਾ ਹੈ ਤਾਂ ਉਹਦੇ ਆਪਣੀਆਂ ਬੇਟੀਆਂ ਨੂੰ ਆਪਣੇ ਘਰ ਲੈ ਆਉਂਦਾ ਅਤੇ ਜਿਹੜੀ ਉਹਦੀ ਵੱਡੀ ਬੇਟੀ ਹੈ ਤਾਂ ਫਿਰ ਉਸ ਦਾ ਪ੍ਰਤੀਕਰਮ ਇਹੀ ਹੈ, ਉਹ ਘਰ ਭਾਵੇਂ ਵੱਡਾ ਹੈ, ਬਹੁਤ ਹੈ, ਸੋਹਣਾ ਹੈ, ਅਤੇ ਆਪਣੀਆਂ ਧੀਆਂ ਨੂੰ ਅਹਿਸਾਸ ਕਰਾਉਂਦਾ ਕਿ ਦੇਖੋ ਆਪਣੇ ਪਾਸ ਹੁਣ ਕਿੱਡਾ ਵੱਡਾ ਘਰ ਹੈ ਅਤੇ ਤੁਸੀਂ ਖੁਸ਼ ਰਹੋ। ਪਰ ਉਹ ਜਿਹੜੀ ਉਹਨਾਂ ਦੀ ਬੇਟੀ ਹੈ ਉਹ ਕਹਿੰਦੀ ਹੈ ਕਿ ਇਹ ਮੇਰੇ ਸੁਪਨਿਆਂ ਦਾ ਘਰ ਨਹੀਂ, ਇਹ ਤਾਂ ਹੌਂਟਡ ਹਾਊਸ ਹੈ। ਸੋ ਸਰਗੀ ਦਾ ਆਖਣ ਦਾ ਮਤਲਬ ਇੰਨਾ ਹੀ ਹੈ ਕਿ ਜਿਸ ਘਰ ਦੇ ਵਿੱਚ ਪਤੀ ਪਤਨੀ ਦਾ ਮੋਹ ਨਹੀਂ ਹੋਏਗਾ, ਜਿੱਥੇ ਤੁਹਾਡੇ ਸੰਬੰਧ ਸੁਖਾਵੇਂ ਨਹੀਂ ਹੋਣਗੇ, ਜਿੱਥੇ ਤੁਹਾਡੇ ਸੰਬੰਧ ਇਕੁਅਲ ਨਹੀਂ ਹੋਣਗੇ, ਤਾਂ ਤੁਹਾਡੀ ਜਿਹੜੀ ਸੰਤਾਨ ਹੈ ਉਸ ਦੀ ਨਜ਼ਰ ਦੇ ਵਿੱਚ ਉਹ ਜਿਹੜਾ ਘਰ ਹੈ ਸੁਪਨਿਆਂ ਦਾ ਘਰ ਨਹੀਂ ਹੋਊਗਾ, ਉਹ ਹੌਂਟਡ ਹਾਊਸ ਹੀ ਹੋਊਗਾ, ਉਹ ਭੂਤੀਆ ਘਰ ਹੀ ਹੋਊਗਾ। ਇਹਦੀ ਜਿਹੜੀ ਅਗਲੀ ਕਹਾਣੀ ਹੈ ਇਸੇ ਸੰਗ੍ਰਹਿ ਦੀ, ਉਹ ਹੈ ਸਭ ਦੇਸ ਪਰਾਇਆ। ਇਹ ਕਹਾਣੀ 2 ਕਹਿ ਲਈਏ ਕਿ ਪੀੜ੍ਹੀਆਂ ਦੇ ਆਪਸੀ ਟਕਰਾਅ ਦੀ ਕਹਾਣੀ ਹੈ, ਜਿਹਨੂੰ ਅਸੀਂ ਜਨਰੇਸ਼ਨ ਗੈਪ ਕਹਿ ਦਿੰਦੇ ਹਾਂ ਕਿ ਬੇਟਾ ਹੈ ਉਹ ਬਾਹਰਲੀ ਔਰਤ ਦੇ ਨਾਲ ਵਿਆਹ ਕਰਾ ਲੈਂਦਾ ਹੈ ਅਤੇ ਬੜਾ ਖੁਸ਼ ਹੈ, ਪਰ ਜਿਹੜਾ ਉਹਦਾ ਬਾਪ ਹੈ ਉਸ ਦੇ ਪਿੰਡ ਦੇ ਵਿੱਚ ਉਹਦੀ ਚੰਗੀ ਜ਼ਮੀਨ ਜਾਇਦਾਦ ਹੈ, ਉਸ ਨੂੰ ਲੱਗਦਾ ਹੈਗਾ ਕਿ ਨਹੀਂ ਵੀ ਉਹ ਨਹੀਂ ਕਰਨਾ ਚਾਹੀਦਾ, ਬਾਹਰ ਇਹਨੂੰ ਸੈੱਟ ਨਹੀਂ ਹੋਣਾ ਚਾਹੀਦਾ। ਅਤੇ ਫਿਰ ਕਿਉਂਕਿ ਉਹ ਬਾਹਰਲੀ ਔਰਤ ਦੇ ਨਾਲ ਉਹਦਾ ਵਿਆਹ ਹੁੰਦਾ ਹੈਗਾ, ਉਹਨਾਂ ਦੇ ਜਿਉਣ ਦੇ ਜਿਹੜੇ ਢੰਗ ਤਰੀਕੇ ਆ ਉਹ ਬਿਲਕੁਲ ਉਹੇ ਜਿਹੇ ਨੇ, ਪੱਛਮੀ ਨੇ। ਅਤੇ ਉਹਦੇ ਬਾਪ ਨੂੰ ਲੱਗਦਾ ਹੈਗਾ, ਬਖਤਾਵਰ ਸਿੰਘ ਨੂੰ ਲੱਗਦਾ ਹੈਗਾ ਕਿ ਜਿਹੜੀ ਜ਼ਮੀਨ ਦੀ ਮਲਕੀਅਤ ਹੈ ਉਸ ਦੇ ਅਨੁਸਾਰ ਹੀ ਜਿਹੜਾ ਉਹਦੀ ਜਾਤ ਹੈ, ਗੋਤ ਹੈ, ਜਿਹੜਾ ਉਹਦਾ ਪੋਤਾ ਹੈ ਉਸ ਦੇ ਜਿਹੜੇ ਨਾਂ ਨਾਲ ਹੈ ਉਹਦਾ ਜਿਹੜਾ ਗੋਤ ਲੱਗਣਾ ਚਾਹੀਦਾ ਬਾਜਵਾ।
ਪਰ ਉਹ ਜਿਹੜੀ ਨਵੀਂ ਜਨਰੇਸ਼ਨ ਹੈ ਇਸ ਚੀਜ਼ ਨੂੰ ਰੱਦ ਕਰ ਦਿੰਦੀ ਹੈ, ਜਾਂ ਕਹਿ ਲਈਏ ਕਿ ਉਹਦੀ ਵਾਈਫ ਨੇ ਉਹ ਨਾਂ ਉਸ ਨੂੰ ਬਾਜਵਾ ਦਾ ਨਹੀਂ ਦਿੱਤਾ। ਅਤੇ ਉਹਦੀ ਜਿਹੜੇ ਆਪਦਾ ਘਰ ਹੈ ਲੜਕੇ ਦਾ, ਕਿਉਂਕਿ ਉਹਦੀ ਵਾਈਫ ਦੇ ਨਾਂ ਹੈ, ਉਹਨਾਂ ਨੂੰ ਇਸ ਗੱਲ 'ਤੇ ਵੀ ਇਤਰਾਜ਼ ਹੈ। ਸੋ ਉਹ ਬੜੇ ਦੁਖੀ ਹੈ ਇਸ ਗੱਲੋਂ। ਪੁੱਤਰ ਜਦੋਂ ਬਾਹਰ ਵੀ ਚਲਾ ਜਾਂਦਾ, ਪਰ ਕਹਾਣੀ ਸਿੱਟਾ ਇਹੀ ਕੱਢਦੀ ਹੈ ਕਿ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ। ਅਤੇ ਜੇ ਮਨ ਹੀ ਪਰਦੇਸੀ ਹੋ ਜਾਂਦਾ, ਭਾਵੇਂ ਤੁਸੀਂ ਆਪਦੇ ਦੇਸ਼ 'ਚ ਬੈਠੇ ਹੋਵੋ ਤਾਂ ਸਾਰਾ ਦੇਸ਼ ਹੀ ਪਰਾਇਆ ਹੈ। ਅਤੇ ਪਰ ਜਿੱਥੇ ਤੁਹਾਡਾ ਮਨ ਪਰਦੇਸੀ ਨਹੀਂ ਹੈ, ਤੁਸੀਂ ਭਾਵੇਂ ਵਿਦੇਸ਼ਾਂ 'ਚ ਜਾ ਕੇ ਵਸ ਜਾਓ ਅਤੇ ਫਿਰ ਸਾਰਾ ਕੁਛ ਹੀ ਠੀਕ ਹੈ। ਸੋ ਦੋਨੋਂ ਆਪੋ ਆਪਣੀ ਜਗ੍ਹਾ ਸਹੀ ਲੱਗਦੇ ਨੇ, ਗਲਤ ਕੋਈ ਵੀ ਨਹੀਂ ਲੱਗਦਾ। ਦੋਨਾਂ ਦੇ ਆਪਣੇ ਆਪਣੇ ਜਿਉਣ ਢੰਗ ਨੇ। ਦੋ ਪੀੜ੍ਹੀਆਂ ਦਾ ਇੱਕ ਪਾੜਾ ਏ, ਇਹ ਪਾੜੇ ਸਾਡੇ ਵਿੱਚ ਦਿਨੋਂ ਦਿਨ ਵੱਧ ਰਹੇ ਨੇ। ਸੋ ਇਹ ਕਹਾਣੀ ਇੱਕ ਨਵੇਂ ਪ੍ਰਸ਼ਨ ਉਠਾਉਂਦੀ ਹੈ। ਅਤੇ ਅਗਲੀ ਕਹਾਣੀ ਜਿਹੜੀ ਉਹਦੀ ਹੈ, ਬਰਸੇ ਮੇਘ ਕਹਾਣੀ ਦਾ ਮੁੱਖ ਮੁੱਦਾ ਇਹ ਹੈ ਕਿ ਅਧਿਆਪਕ ਦੇ ਵਿੱਚ ਅਥਾਹ ਸਮਰੱਥਾ ਹੁੰਦੀ ਹੈ ਵਿਦਿਆਰਥੀ ਨੂੰ ਕਨਵਿੰਸ ਕਰਾਉਣ ਦੀ, ਵਿਦਿਆਰਥੀ ਨੂੰ ਵਰਗਲਾਉਣ ਦੀ। ਕਿਉਂਕਿ ਅਧਿਆਪਕ ਤੋਂ ਜਿਹੜਾ ਵਿਦਿਆਰਥੀ ਹੈ ਬਹੁਤ ਹੀ ਪ੍ਰਭਾਵਿਤ ਹੁੰਦਾ ਹੈ। ਅਧਿਆਪਕ ਕਿਸੇ ਵਿਦਿਆਰਥੀ ਲਈ ਰੱਬ ਹੁੰਦਾ ਹੈ। ਇਹ ਹੁਣ ਅਧਿਆਪਕ ਦੀ ਇਮਾਨਦਾਰੀ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਛੜਯੰਤਰਾਂ ਦੇ ਨਾਲ, ਆਪਣੇ ਗਿਆਨ ਦੇ ਸਿਰ 'ਤੇ ਸਾਹਮਣੇ ਵਾਲੀ ਧਿਰ ਨੂੰ ਵਰਗਲਾਉਂਦਾ ਹੈ ਜਾਂ ਉਹਨੂੰ ਗਿਆਨ ਦੇ ਸਹੀ ਮਾਰਗ 'ਤੇ ਤੋਰਦਾ ਹੈ। ਇਸ ਕਹਾਣੀ ਦੇ ਵਿੱਚ ਜਿਹੜਾ ਅਧਿਆਪਕ ਹੈ ਉਸ ਦਾ ਜਿਹੜਾ ਰੈਪੂਟੇਸ਼ਨ ਆ ਉਹ ਇਸ ਤਰ੍ਹਾਂ ਦਾ ਹੈ ਕਿ ਉਹ ਵਰਗਲਾਉਂਦਾ ਹੀ ਜਾਪਦਾ। ਪਰ ਜਿਹੜੀ ਉਸ ਦੀ ਆਪਾਂ ਕਹਿ ਲਈਏ ਸਟੂਡੈਂਟ ਹੈ ਕੁੜੀ, ਉਹ ਇੰਨੀ ਸਿਆਣੀ ਹੈ, ਇੰਨੀ ਗੁਣਵਾਨ ਹੈ, ਸਾਰੀਆਂ ਚੀਜ਼ਾਂ ਨੂੰ ਮਹਿਸੂਸ ਵੀ ਕਰਦੀ ਹੈ। ਪਰ ਉਹ ਇਹ ਸਾਰੇ ਕੁਛ ਤੋਂ ਕਿਵੇਂ ਬਚ ਸਕਦੀ ਹੈ, ਕਿਵੇਂ ਸਮਝ ਸਕਦੀ ਹੈ ਕਿ ਜਿੰਨੀਆਂ ਕੁੜੀਆਂ ਸਾਡੀਆਂ ਗਿਆਨਵਾਨ ਹੋਣਗੀਆਂ, ਜਿੰਨੀਆਂ ਸਮਝਦਾਰ ਹੋਣਗੀਆਂ, ਉਹ ਸਾਰੀਆਂ ਚੀਜ਼ਾਂ ਤੋਂ ਆਪਣੀ ਅਕਲ ਦੇ ਸਿਰ 'ਤੇ ਛੁਟਕਾਰਾ ਵੀ ਪਾ ਸਕਦੀਆਂ, ਬਲਕਿ ਛੁਟਕਾਰਾ ਹੀ ਨਹੀਂ ਪਾਉਂਦੀਆਂ ਅਤੇ ਉਹ ਸਾਹਮਣੇ ਵਾਲੇ ਨੂੰ ਚਾਹੇ ਉਹ ਅਧਿਆਪਕ ਹੀ ਹੋਵੇ ਚਿੱਤ ਵੀ ਕਰਕੇ ਰੱਖ ਦਿੰਦੀਆਂ ਨੇ। ਇਹ ਕਹਾਣੀ ਵੀ ਬੜੀ ਖੂਬਸੂਰਤ ਕਹਾਣੀ ਮੈਨੂੰ ਲੱਗੀ। ਉਸ ਦੀ ਜਿਹੜੀ ਅਗਲੀ ਕਹਾਣੀ ਹੈ ਕੁੜੀਆਂ, ਇਹ ਕੁੜੀ ਜੰਮਣ 'ਤੇ ਪਰਿਵਾਰ ਵੱਲੋਂ ਔਰਤ 'ਤੇ ਜਿਹੜਾ ਕੀਤਾ ਜਾਂਦਾ ਅਤਿਆਚਾਰ ਹੈ ਉਹ ਕਿੰਨਾ ਨਿਰਮੂਲ ਹੈ, ਇਸ ਦੇ ਨਾਲ ਸੰਬੰਧਿਤ ਕਹਾਣੀ ਹੈ ਕਿ ਜਦੋਂ ਔਰਤ ਇਹ ਜਾਣ ਲਵੇਗੀ ਕਿ ਲੜਕਾ ਜਾਂ ਲੜਕੀ ਪੈਦਾ ਕਰਨ ਦਾ ਜ਼ਿੰਮੇਵਾਰ ਮਰਦ ਹੈ, ਤਾਂ ਉਹ ਇਸ ਅਤਿਆਚਾਰ ਤੋਂ ਛੁਟਕਾਰਾ ਪਾ ਸਕਦੀ ਹੈ। ਇਹ ਗਿਆਨ ਉਹ ਕਿੱਥੋਂ ਪ੍ਰਾਪਤ ਕਰੇ? ਇਹ ਗਿਆਨ ਸਾਡੇ ਮਰਦਾਵੇਂ ਸੱਭਿਆਚਾਰ ਦੇ ਵਿੱਚ, ਸਾਡੇ ਮਰਦਾਵੇਂ ਸੰਸਾਰ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਆਪਾਂ ਇਹ ਕਹਿ ਲਈਏ ਕਿ ਇਹ ਮਸਲਾ ਇੱਕ ਚੁਣੌਤੀ ਬਣਿਆ ਹੋਇਆ ਹੈ। ਬਲਕਿ ਇਹ ਕਹਾਣੀ ਇੰਨੀ ਕਮਾਲ ਦੀ ਹੈ ਕਿ ਉਹਦੀ ਜਿਹੜੀ ਨਾਇਕਾ ਹੈ ਇਹ ਗਿਆਨ ਕਿੱਥੋਂ ਪ੍ਰਾਪਤ ਕਰਦੀ ਹੈ? ਸਕੂਲ ਦੇ ਵਿੱਚ ਬੋਲੀਆਂ ਪੈ ਰਹੀਆਂ ਨੇ, ਉਸ ਨੂੰ ਜਿਹੜਾ ਗਿਆਨ ਆਉਂਦਾ ਉਹਨਾਂ ਬੋਲੀਆਂ ਰਾਹੀਂ ਆਉਂਦਾ ਹੈ ਅਤੇ ਉਹਨਾਂ ਕਹਾਣੀਆਂ ਨੂੰ, ਉਹਨਾਂ ਬੋਲੀਆਂ ਨੂੰ ਸੁਣ ਕੇ ਉਹ ਮਨ ਹੀ ਮਨ ਜਾਣੀ ਬੂਸਟ ਹੋ ਰਹੀ ਹੈ। ਇਹਦਾ ਮਤਲਬ ਸਕੂਲ ਨੂੰ ਸਰਗੀ ਨੇ ਕਾਹਦੇ ਵਜੋਂ ਪੇਸ਼ ਕੀਤਾ? ਇੱਕ ਗਿਆਨ ਦੇ ਮੰਦਰ ਵਜੋਂ ਪੇਸ਼ ਕੀਤਾ ਕਿ ਗਿਆਨ ਇੱਥੇ ਪਿਆ ਏ, ਔਰਤ ਨੂੰ ਸੇਧ ਸਕੂਲੋਂ ਮਿਲਣੀ ਹੈ ਅਤੇ ਗਿਆਨ ਦੇ ਮੰਦਰਾਂ 'ਚੋਂ ਮਿਲਣੀ ਹੈ। ਅਤੇ ਫਿਰ ਦੂਸਰੀ ਗੱਲ, ਅਤੇ ਜਿਹੜੇ ਬੱਚੇ ਪੈਦਾ ਕਰਨ ਵਾਲੇ ਸੰਤਾਨ ਨਿਰਧਾਰਤ ਕਿਹੜੀ ਧਿਰ ਕਰਦੀ ਹੈ, ਮਰਦ ਕਰਦਾ ਹੈ ਜਾਂ ਔਰਤ ਕਰਦੀ ਹੈ, ਇਹ ਗੱਲਾਂ ਉਹਨੂੰ ਕੌਣ ਦੱਸ ਸਕਦਾ? ਇਹ ਉਸ ਨੂੰ ਡਾਕਟਰੀ ਵਿਗਿਆਨ ਦੱਸ ਸਕਦਾ ਹੈ। ਸੋ ਡਾਕਟਰੀ ਵਿਗਿਆਨ ਦੀ ਸ਼ਰਨ ਦੇ ਵਿੱਚ ਔਰਤ ਨੇ ਕਿਵੇਂ ਜਾਣਾ ਹੈ? ਜਦੋਂ ਇਹ ਸਾਰੀਆਂ ਗੱਲਾਂ ਸਮਾਜ ਦੇ ਵਿੱਚ ਔਰਤ ਕਲੀਅਰ ਕਰ ਦੇਵੇਗੀ ਅਤੇ ਉਸ ਗਿਆਨ ਨੂੰ ਪ੍ਰਾਪਤ ਕਰਕੇ ਸਮਾਜ ਦੇ ਵਿੱਚ ਖੜ੍ਹ ਕੇ ਇਸ ਚੀਜ਼ ਨੂੰ ਮਹਿਸੂਸੇਗੀ, ਲੋਕਾਂ ਨੂੰ ਦੱਸੇਗੀ, ਅੜੇਗੀ, ਤਾਂ ਉਹ ਇਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾ ਸਕਦੀ ਹੈ। ਇਹ ਕੁੜੀਆਂ ਕਹਾਣੀ ਦੇ ਵਿੱਚ ਕੁੜੀ ਦੀ ਮਾਂ ਜਿਹੜੀ ਕਿ ਬਹੁਤ ਅਤਿਆਚਾਰ ਸਹਿੰਦੀ ਹੈ ਆਪਣੇ ਪਰਿਵਾਰਕ ਮੈਂਬਰਾਂ ਦੇ, ਅਤੇ ਉਹ ਇਸ ਗੱਲ 'ਤੇ ਫਿਰ ਅਖੀਰ ਦੇ ਵਿੱਚ ਸਟੈਂਡ ਵੀ ਲੈਂਦੀ ਹੈ ਕਿ ਮੇਰੇ ਵਿੱਚ ਕੋਈ ਘਾਟ ਨਹੀਂ, ਬਲਕਿ ਮਰਦ ਹੈ ਜਿਹੜਾ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੇਰੇ ਕਣ ਕਣ ਵਿੱਚ ਹੀ ਕੁੜੀਆਂ ਨੇ। ਇਹਦੀ ਜਿਹੜੀ ਆਖਰੀ ਕਹਾਣੀ ਹੈ, ਜਿੱਤ ਦਿਹਾੜੇ ਮੇਰਾ ਹਰਿਆ ਨਹੀਂ ਜੰਮਿਆ, ਇਹ ਇੱਕ ਲੈਫਟੀਨੈਂਟ ਕਾਨਵਦੀਪ ਸਿੰਘ ਦੀ
ਜੋ ਜੰਗ ਦੇ ਵਿੱਚ ਸ਼ਹੀਦ ਹੋ ਗਿਆ, ਉਸ ਦੀ ਕਹਾਣੀ ਹੈ। ਹੁਣ ਜਿਸ ਮਾਂ ਦਾ ਜਵਾਨ ਪੁੱਤਰ ਸ਼ਹੀਦ ਹੋਇਆ ਹੋਵੇ, ਉਸ ਦੇ ਉੱਤੇ ਕੀ ਵਾਪਰਦੀ ਆਪਾਂ ਨੂੰ ਸਭ ਨੂੰ ਪਤਾ ਹੈ। ਮਾਂ ਬਹੁਤ ਦੁਖੀ ਹੈ, ਉਸ ਨੂੰ ਮਿਲਣ ਵਾਲੇ ਸਾਰੇ ਲੋਕ ਦੁਖੀ ਨੇ। ਪਰ ਜਦੋਂ ਹੀ ਮਾਂ ਨੂੰ ਆਪਣੇ ਦੂਜੇ ਪੁੱਤ ਦੇ ਘਰ ਕੋਈ ਨਵਾਂ ਜੀ ਆਉਣ ਦੀ ਖਬਰ ਮਿਲਦੀ ਹੈ, ਤਾਂ ਜਿਹੜੀ ਮਾਂ ਹੈ, ਮਤਲਬ ਐਡੀ ਕਮਾਲ ਦੀ ਕਹਾਣੀ ਹੈ ਇਹ। ਜੇ ਤੁਸੀਂ ਉਹ ਪੜ੍ਹੋਗੇ ਅਤੇ ਜਦੋਂ ਹੀ ਉਸ ਨੂੰ ਇਸ ਗੱਲ ਦੀ ਖਬਰ ਮਿਲਦੀ ਹੈ ਕਿ ਮੇਰੇ ਘਰ ਕੋਈ ਮੇਰਾ ਨਵਾਂ ਜੀ ਆਉਣ ਵਾਲਾ ਹੈ, ਕੋਈ ਮੇਰਾ ਪੋਤਾ ਪੋਤੀ ਆਉਣ ਵਾਲਾ ਹੈ, ਤਾਂ ਉਹਦੀ ਜਿਹੜੀ ਯੂਨੀਫਾਰਮ ਹੈ ਕਰਮਦੀਪ ਦੀ, ਤਾਂ ਉਹਦੇ ਉੱਤੇ ਉਹ ਹੱਥ ਫੇਰਨ ਲੱਗ ਜਾਂਦੀ ਹੈ ਅਤੇ ਬੜੇ ਮਾਣ ਨਾਲ ਭਰਨ ਲੱਗ ਜਾਂਦੀ ਹੈ। ਸੋ ਇਹ ਜਿਹੜੀ ਕਹਾਣੀ ਹੈ, ਮਨੁੱਖ ਦੀ ਲਗਾਤਾਰਤਾ ਦੀ ਕਹਾਣੀ ਹੈ ਕਿ ਮਨੁੱਖ ਇਹ ਚਾਹੁੰਦਾ ਹੈ ਕਿ ਮੇਰੀ ਲਗਾਤਾਰਤਾ ਬਣੀ ਰਹੇ। ਅਤੇ ਜਦੋਂ ਉਸ ਨੂੰ ਲੱਗਦਾ ਕਿ ਮੇਰਾ ਜਿਹੜਾ ਜਵਾਨ ਪੁੱਤ ਆ ਉਹ ਚਲਾ ਗਿਆ, ਉਸ ਨੂੰ ਲੱਗਦਾ ਮੇਰੀ ਸਮਾਜ ਦੇ ਨਾਲੋਂ ਕੰਟੀਨਿਊਟੀ ਟੁੱਟ ਰਹੀ ਹੈ। ਪਰ ਜਦੋਂ ਉਹਨੂੰ ਲੱਗਦਾ ਕਿ ਕੋਈ ਗੱਲ ਨਹੀਂ, ਜੇ ਇੱਕ ਵਾਰ ਕੰਟੀਨਿਊਟੀ ਟੁੱਟੀ ਵੀ ਹੈ, ਨਵਾਂ ਜੀ ਆਊਗਾ, ਅਸੀਂ ਫੇਰ ਜੁੜਾਂਗੇ। ਇਹ ਇੱਕ ਮਨੁੱਖੀ ਪ੍ਰਵਿਰਤੀ ਹੈ। ਅਤੇ ਦੂਜੇ ਪਾਸੇ ਸ਼ਹਾਦਤ 'ਤੇ ਮਾਣ ਵੀ ਕਰਨ ਦੀ ਕਹਾਣੀ ਹੈ, ਆਪਣੇ ਆਪ ਦੇ ਵਿੱਚ ਵਧੀਆ ਕਹਾਣੀ ਹੈ। ਸੋ ਮੈਂ ਸਾਰੇ ਪਾਠਕਾਂ ਨੂੰ ਇਹ ਆਪਣੇ ਆਪਣੇ ਮਰਸੀਏ ਕਹਾਣੀ ਸੰਗ੍ਰਹਿ ਪੜ੍ਹਨ ਦੀ ਸਲਾਹ ਵੀ ਦਿੰਦੀ ਹਾਂ।